ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਤਪਾਲ ਸਿੰਘ ਜੌਲ ਪਹਿਲਾਂ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ, ਆਪਣੇ ਸਾਰੇ ਸਰੋਤਿਆਂ ਨੂੰ ਵੀ ਦਰਸ਼ਕਾਂ ਨੂੰ ਵੀ ਆਣ ਕੀ ਹਾਲ ਚਾਲ? ਬਸ ਜੀ ਮਿਹਰਬਾਨੀਆਂ। ਦੇਖੋ ਨਵਾਂ ਮਹੀਨਾ ਆ ਗਿਆ, ਹੁਣ ਸਾਰਾ ਕੁਛ ਹੀ ਹੋਣਾ। ਦੇਖੋ ਖੁਸ਼ੀਆਂ ਵੀ ਹੋਣੀਆਂ ਤੇ ਗਮੀਆਂ ਵੀ ਜੀ, ਕਿਉਂਕਿ ਦਸੰਬਰ ਅੱਜ ਪਹਿਲੀ ਹੈ ਤੇ 30 ਦਿਨ ਬਾਕੀ ਨੇ ਨਵੇਂ ਸਾਲ ਦੇ ਵਿੱਚ। ਤੇ ਉਸ ਤੋਂ ਪਹਿਲਾਂ ਕ੍ਰਿਸਮਸ ਵੀ ਹੋਵੇਗੀ, ਛੁੱਟੀਆਂ ਵੀ ਹੋਣਗੀਆਂ, ਪਾਰਟੀਆਂ ਵੀ ਹੋਣਗੀਆਂ, ਪਰ ਉਹਦੇ ਦੌਰਾਨ ਹੀ ਜਾਣੀ ਕਿ ਗਮਗੀਨ ਮਾਹੌਲ ਰਹੇਗਾ ਸਿੱਖ ਕੌਮ ਦੇ ਵਾਸਤੇ, ਕਿਉਂਕਿ ਇਹੀ ਉਹ ਮਹੀਨਾ ਹੈ ਅਖੀਰ ਦੇ ਵਿੱਚ ਜਾ ਕੇ ਜਦੋਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੁੰਦਾ ਹੈ। ਤੇ ਉਸ ਤੋਂ ਬਾਅਦ ਫਿਰ ਸਾਹਿਬਜ਼ਾਦਿਆਂ ਦੀਆਂ 2 ਦੀਆਂ ਸ਼ਹਾਦਤਾਂ ਪਹਿਲਾਂ ਹੋ ਚੁੱਕੀਆਂ, 2 ਦੀਆਂ ਬਾਅਦ ਵਿੱਚ ਹੁੰਦੀਆਂ ਜੀ, ਉਹ ਵੀ ਕ੍ਰਿਸਮਸ ਦੇ ਦਿਨਾਂ ਦੇ ਦੌਰਾਨ ਹੀ ਜਾਣੀ ਕਿ ਉਹ ਦਿਹਾੜੇ ਆਇਆ ਕਰਦੇ ਆ। ਸੋ ਉਹ ਸਮਾਂ ਵੀ ਹੁਣ ਇਸ ਮਹੀਨੇ ਦੇ ਦੌਰਾਨ ਹੀ ਹੈ। ਤਦ ਕਰਕੇ ਜਾਣੀ ਕਿ ਵੀ ਅਸੀਂ ਖੁਸ਼ੀ ਕਰਨੀ ਹੈ ਕਿ ਗਮੀ, ਇਹ ਫੈਸਲਾ ਕਰਨਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਇਸ ਮਹੀਨੇ ਦੇ ਦੌਰਾਨ ਜੀ। ਪਰ ਫਿਰ ਵੀ ਜੀ ਜਿਸ ਤਰ੍ਹਾਂ ਦਾ ਵੀ ਪਤਾ ਵੀ ਆਪਾਂ ਸਦਾ ਕੋਸ਼ਿਸ਼ ਕੀਤੀ ਆ ਵੀ ਨਿਭਦੇ ਆਈਏ ਜੀ। ਤੇ ਉਹਦੇ ਨਾਲ ਹੀ ਲੇਕਿਨ ਕਿ ਕੱਲ ਵੀ ਆਪਾਂ ਗੱਲ ਕਰ ਰਹੇ ਸੀ ਕਿ ਇਹ ਖੁਸ਼ੀ ਤੇ ਗਮੀ ਹੈ ਨਾ, ਚਾਹੁੰਦੇ ਆਪਾਂ ਸਦਾ ਵੀ ਸਾਡੀ ਅਵਸਥਾ ਜਿਹੜੀ ਨਾ ਬਣਦੀ ਹੈ ਵੀ ਆਪਾਂ ਖੁਸ਼ ਰਹੀਏ ਜੀ ਜੀ ਜੀ, ਦੁੱਖ ਕੋਈ ਆਵੇ ਹੀ ਨਾ। ਪਰ ਅਰਚ ਯਕੀਨ ਜਾਨਣਾ ਵੀ ਮੇਰਾ ਜਿਹੜਾ ਸੰਸਾਰ ਦੇ ਵਿੱਚ ਦੇਖਿਆ ਮੈਂ ਵਾਹ ਵੀ ਜਾਣੀ $ਬਿਲੀਅਨ ਦੇ ਜਿਹੜੇ ਮਾਲਕ ਲੋਕ ਵੀ ਆ ਨਾ, ਉਹ ਵੀ ਮੈਂ ਦੇਖਿਆ ਵੀ ਖੁਸ਼ ਨਹੀਂ ਹਰ ਵੇਲੇ ਰਹਿ ਸਕਦੇ, ਕਿਉਂਕਿ ਹਰ ਵੇਲੇ ਖੁਸ਼ ਰਹਿਣਾ ਸੰਭਵ ਨਹੀਂ। ਇਹ ਖੁਸ਼ੀ ਤੇ ਗਮੀ ਦਾ ਸੁਮੇਲ ਹੋਣ ਕਰਕੇ ਜੀਵਨ ਕੁਦਰਤ ਵੱਲੋਂ ਕੋਈ ਨਾ ਕੋਈ ਵਿਧ ਬਣ ਜਾਂਦੀ ਆ ਵੀ ਸੁੱਖ ਵੀ ਆਉਂਦਾ ਤੇ ਗਮ ਵੀ ਆਉਂਦਾ, ਜਾਣੀ ਕਿ ਆਉਂਦਾ ਜਾਂਦਾ ਰਹਿੰਦਾ ਜੀ ਜੀ ਜੀ। ਇਸੇ ਕਰਕੇ ਮਹੀਨਾ ਇਸ ਤਰੀਕੇ ਦੇ ਨਾਲ ਸੁਮੇਲ ਹੈਗਾ ਜੀ। ਤੇ ਤਦ ਕਰਕੇ ਆ ਵੀ ਥੋੜਾ ਜਿਹਾ ਅਸੀਂ ਜ਼ਰੂਰ ਵਿਚਾਰ ਕਰਕੇ ਆਪਸ ਦੇ ਵਿੱਚ ਜਿਹੜੇ ਖੁਸ਼ੀਆਂ ਦੇ ਸਮਾਗਮ ਲਿਖੇ ਜਾਂਦੇ ਇਸ ਮਹੀਨੇ ਦੇ ਦੌਰਾਨ ਜ਼ਰੂਰ ਸੋਚ ਵਿਚਾਰ ਕੇ ਆਪਾਂ ਕਰਾਂਗੇ ਜੋ ਵੀ ਜੀ। 905-813-1320 9058131320 ਇਸ ਨੰਬਰ ਨੂੰ ਤੁਸੀਂ ਡਾਇਲ ਕਰਕੇ ਕੋਈ ਵੀ ਸਵਾਲ ਜੌਲ ਸਾਹਿਬ ਨਾਲ ਕਰ ਸਕਦੇ, ਸਾਡੇ ਨਾਲ ਕਰ ਸਕਦੇ ਹੋ। ਐਂਡ ਆਓ ਫਿਰ ਪਹਿਲਾ ਸਵਾਲ ਐਂਡ ਖਬਰ ਪੇਸ਼ ਕਰਦੇ ਹਾਂ ਤੁਹਾਡੇ ਨਾਲ। ਜੌਲ ਸਾਹਿਬ, ਜੋ ਓਮਨੀਕੌਰਨ ਜੋ ਵਾਇਰਸ ਜੋ ਇਹ ਇੱਕ ਵਾਰੀ ਫਿਰ ਤੋਂ ਵੇਰੀਐਂਟ ਬਾਹਰ ਨਿਕਲਿਆ ਹੋਇਆ, ਉਹਦੇ ਸੰਦਰਭ ਦੇ ਵਿੱਚ ਕੁਛ ਕੰਟਰੀਜ਼ ਨੇ ਵੀ ਆਪਣੀਆਂ ਇਨਬਾਊਂਡ ਇੰਟਰਨੈਸ਼ਨਲ ਫਲਾਈਟਾਂ ਬੰਦ ਕੀਤੀਆਂ ਹੋਈਆਂ, ਪਰੰਤੂ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਟੂ ਕੈਂਸਲ ਜੋ ਉਹਨਾਂ ਨੇ 15 ਦਸੰਬਰ ਨੂੰ ਜੋ ਉਹਨਾਂ ਨੇ ਰਿਜ਼ਿਊਮ ਕਰਨੀਆਂ ਸੀ ਕੁਛ ਫਲਾਈਟਾਂ, ਕੁਛ ਇੰਟਰਨੈਸ਼ਨਲ ਫਲਾਈਟਾਂ, ਉਹ ਫਿਲਹਾਲ ਹੀ ਉਹ ਕਹਿੰਦੇ ਕਿ ਰੱਦ ਨੇ ਐਂਡ ਬੰਦ ਹੋ ਚੁੱਕੀਆਂ ਨੇ। ਐਂਡ ਵਿਦ ਜਿਹੜੀ ਡੇਟ ਹੈ ਕਦੋਂ ਅਨਾਊਂਸ ਕਰਨਗੇ ਤਾਂ ਰੱਬ ਹੀ ਜਾਂਦਾ, ਪਰੰਤੂ ਡਜ਼ ਦਿਸ ਹੈਵ ਟੂ ਡੂ ਵਿਦ ਦ ਵੇਰੀਐਂਟ? ਯੈਸ, 100% ਅਰਸ਼। ਇਸ ਤਰ੍ਹਾਂ ਨਾ ਵੀ ਜਦੋਂ ਉਹ ਪੰਜਾਬੀ ਦੇ ਵਿੱਚ ਕਹਿੰਦੇ ਵੀ ਕੋਈ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੇ ਨੇ ਵੀ ਇਹ ਹੁਣ ਲਾਸਟ ਵੀਕ ਤੋਂ ਚਰਚਾ ਦੇ ਵਿੱਚ ਆਇਆ ਓਮੀਕਰੌਨ, ਵੀ ਇਹਦਾ ਨੁਕਸਾਨ ਕੋਈ ਸਪਰੈਡ ਬਹੁਤ ਵੱਡਾ ਹੋ ਸਕਦਾ ਕਿ ਨਹੀਂ, ਇਹ ਹਜੇ ਤੱਕ ਸੰਭਵ ਨਹੀਂ ਨਜ਼ਰ ਆਇਆ। ਜਾਂ ਤੇ ਇਹ ਆ ਵੀ ਕੰਟੇਨ ਕਰ ਲਿਆ ਗਿਆ ਇੱਕਦਮ ਸਾਰੀਆਂ ਰੈਸਟ੍ਰਿਕਸ਼ਨਸ ਲਗਾ ਕੇ ਕਰਕੇ ਵਰਲਡ ਨੂੰ। ਪਰ ਕੁੱਲ ਮਿਲਾ ਕੇ ਜਾਣੀ ਕਿ ਕੈਨੇਡਾ ਦੇ ਵਿੱਚ ਵੀ ਆ ਪਿਛਲੇ ਦਿਨਾਂ ਦੇ ਦੌਰਾਨ ਜਿੱਦਾਂ ਕਹਿੰਦੇ ਸੀ ਵੀ ਬਹੁਤ ਤੇਜ਼ੀ ਨਾਲ ਫੈਲ ਜਾਂਦਾ ਜੀ, ਪਰ 7 ਕੇਸ ਆ ਸਾਡੇ ਕੋਲ ਹਨਾ ਜੀ। ਉਹਦੇ ਵਿੱਚ ਜਾਣੀ ਕਿ ਇੱਕ ਕੇਸ ਬ੍ਰਿਟਿਸ਼ ਕੋਲੰਬੀਆ ਦਾ, ਐਲਬਰਟਾ ਦਾ, ਕਿਊਬੈਕ ਦਾ, ਇੱਥੇ 4 ਸਾਡੇ ਕੋਲ ਨੇ, ਓਨਟਾਰੀਓ ਦੇ ਵਿੱਚ ਸਾਰਿਆਂ ਨੂੰ ਹੀ ਕੁਆਰੰਟੀਨ ਕੀਤਾ ਹੋਇਆ ਹੈ। ਇਹਦੇ ਨਾਲ ਹੀ ਵੀ ਜਾਣੀ ਜਿਹੜੇ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਆ, ਸੀਨੀਅਰਜ਼, ਉਹਨਾਂ ਨੂੰ ਤਾਂ WHO ਨੇ ਵੀ ਅਪੀਲ ਕਰ ਦਿੱਤੀ ਆ ਵੀ ਘਰੋਂ ਘਰ ਹੀ ਰਹਿਣਾ ਭਾਈ, ਨਹੀਂ ਕਿਤੇ ਸਫ਼ਰ ਕਰਨ ਦੀ ਲੋੜ ਇੰਟਰਨੈਸ਼ਨਲੀ ਹਨਾ, ਵੀ ਅਜੇ ਇਹ ਸਫ਼ਰ ਕਰਨ ਦਾ ਸਮਾਂ ਨਹੀਂ। ਕੈਨੇਡੀਅਨ ਗਵਰਨਮੈਂਟ ਨੇ ਵੀ ਕੱਲ ਇੱਕ ਵਾਰ ਫੇਰ ਐਡਵਾਈਜ਼ ਕੀਤਾ ਜੀ। ਇਹਦੇ ਤੋਂ ਆਸ ਵੱਝਦੀ ਆ ਵੀ ਜਿਹੜੀ ਬਹੁਤ ਮਤਲਬ ਉਹ ਵੀਜ਼ਾ ਲੈਣ ਲਈ ਇੰਡੀਆ ਦਾ ਦਫ਼ਤਰ ਦੇ ਬਾਹਰ ਰੋਜ਼ ਲਾਈਨਾਂ ਲੱਗਦੀਆਂ, ਸ਼ਾਇਦ ਉਹ ਕੁਝ ਢਿੱਲੀਆਂ ਜਾਣ ਆਪਣੇ ਆਪ ਹੀ ਜੀ ਜੀ ਜੀ। ਪਰ ਇਸੇ ਦੌਰਾਨ ਜਾਣੀ ਆਪਾਂ ਇਹ ਦੱਸਿਆ ਸੀ ਲਾਸਟ ਥਰਸਡੇ ਵੀ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਵੀ ਕੋਵਿਡ ਦੇ ਦੌਰਾਨ ਜੋ ਉਹਨਾਂ ਨੇ ਮਾਰਚ 2020 ਦੇ ਵਿੱਚ ਲਾਈਆਂ ਸੀ ਪਾਬੰਦੀਆਂ ਇੰਟਰਨੈਸ਼ਨਲ ਸਕੈਜੂਅਲਡ ਫਲਾਈਟ ਦੇ ਉੱਤੇ ਜੀ, ਉਹ ਜਿਹੜੀਆਂ ਵੀ ਫਲਾਈਟਾਂ ਉਹ ਆਮ ਵਾਂਗੂ ਸਾਰੀ ਦੁਨੀਆ ਦੇ ਵਾਸਤੇ ਖੋਲ੍ਹਣ ਜਾ ਰਹੇ ਨੇ। ਪਰ ਕਿਉਂਕਿ ਵੀ ਕੁਝ ਜਿਹੜੇ ਬਬਲ ਕੰਟਰੀ ਉਹਨਾਂ ਨੇ ਬਣਾਏ ਹੋਏ ਨੇ ਜਿਹਦੇ ਵਿੱਚ ਅਮਰੀਕਾ ਕੈਨੇਡਾ ਸ਼ਾਮਲ ਹੈ, ਵੀ ਜਾਣੀ ਉਹਨੂੰ ਤਾਂ ਫਲਾਈਟਸ ਆਲਰੇਡੀ ਆ ਜਾ ਰਹੀਆਂ ਸੀਗੀਆਂ, ਵੀ ਜਾਣੀ ਇਸ ਲਿਹਾਜ਼ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਸੀ ਪੈਣਾ ਜਾਂ ਪੈਂਦਾ ਲੱਗਣਾ ਆਪਾਂ ਨੂੰ। ਪਰ ਦੁਨੀਆ ਦੇ ਜਿਹੜੇ ਹਿੱਸਿਆਂ ਨੂੰ ਜਾਣੀ ਕਿ ਫਲਾਈਟਸ ਇੰਡੀਆ ਤੋਂ ਆ ਜਾ ਨਹੀਂ ਪਾ ਰਹੀਆਂ ਸੀਗੀਆਂ, ਉਹਨਾਂ ਤੇ ਜਾਣੀ ਕਿ ਅਸਰ ਪੈਣਾ ਸੀ ਵੀ ਉਹ ਖੁੱਲ੍ਹ ਜਾਣੀਆਂ ਸੀ ਦੁਬਾਰਾ ਜੀ। ਪਰ ਫਿਰ ਜਾਣੀ ਜਦੋਂ ਇਹ ਇੰਡੀਆ ਦੀ ਹੋਮ ਮਿਨਿਸਟਰੀ ਦੇ ਵੱਲੋਂ ਇਹ ਅਨਾਊਂਸ ਕੀਤਾ ਗਿਆ, ਅਗਲੇ ਦਿਨ ਹੀ ਇਹ ਜਿਹੜਾ ਓਮੀਕਰੌਨ ਇਹਦੀ ਚਰਚਾ ਚੱਲ ਪਈ, ਨਵੇਂ ਵੇਰੀਐਂਟ ਦੀ, ਸਾਊਥ ਅਫਰੀਕਾ ਤੋਂ ਆ ਗਿਆ ਜੀ। ਤੇ ਫਿਰ ਉਹ ਸੋਚ ਵਿਚਾਰ ਦੇ ਵਿੱਚ ਪੈ ਗਏ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹੁਣ ਹਾਰ ਕੇ ਅੱਜ ਜਾਣੀ ਕਿ ਐਲਾਨ ਹੀ ਕਰ ਦਿੱਤਾ ਵੀ ਜੋ ਅਸੀਂ ਉਹ ਕਿਹਾ ਸੀਗਾ 15 ਦਸੰਬਰ ਨੂੰ ਵੀ ਹਾਲ ਦੀ ਘੜੀ ਅਸੀਂ ਉਹਨੂੰ ਪੋਸਟਪੋਨ ਕਰਦੇ ਹਾਂ,
ਪਰ ਪੋਸਟਪੋਨ ਕਿੰਨੇ ਸਮੇਂ ਲਈ ਕਰਦੇ ਆ ਇਹ ਨਹੀਂ ਕਿਹਾ ਜਾ ਸਕਿਆ। ਸੋ ਹੁਣ ਇਹ ਡਿਪੈਂਡ ਕਰੂਗਾ ਵੀ ਕਿੱਦਾਂ ਡਿਵੈਲਪਮੈਂਟਸ ਇਹ ਹੁੰਦੀਆਂ ਨੇ ਓਮੀਕਰੋਨ ਦੀਆਂ ਆਉਣ ਵਾਲੇ ਦਿਨਾਂ ਦੇ ਦੌਰਾਨ ਯੂਰਪ ਤੋਂ ਬਾਕੀ ਦੁਨੀਆ ਦੇ ਹਿੱਸਿਆਂ ਤੋਂ, ਜਾਣੀ ਕਿ ਇਸ ਤਰ੍ਹਾਂ ਇਹਦੇ ਸਪਰੈਡ ਬਾਰੇ ਜਾਂ ਕੰਟੇਨਮੈਂਟ ਬਾਰੇ ਜਿਹੜਾ ਉਹ ਪਤਾ ਲੱਗਦਾ, ਜਾਂ ਫਿਰ ਵੈਕਸੀਨ ਦੇ ਸਿਲਸਿਲੇ ਦੇ ਵਿੱਚ ਕੀ ਜਿਹੜੀਆਂ ਵੈਕਸੀਨ ਪ੍ਰੋਡਿਊਸਰਸ ਹੈਗੇ ਆ, ਜਿਹੜੀਆਂ ਕੰਪਨੀਆਂ ਹੈਗੀਆਂ ਫਾਈਜ਼ਰ ਹੈ, ਮੋਡਰਨਾ, ਬਾਕੀ ਸਾਰੇ ਨੇ ਵੀ ਉਹ ਕੀ ਆਖਰੀ ਕਨਕਲੂਜਨ ਕੱਢਦੇ ਨੇ ਜਿਨ੍ਹਾਂ ਦੇ ਕਿ ਐਕਸਪੈਰੀਮੈਂਟ ਹਾਲ ਦੀ ਘੜੀ ਇਹਦੇ ਤੇ ਜਾਰੀ ਨੇ। ਸੋ ਅਗਲੇ ਦਿਨਾਂ ਦੇ ਦੌਰਾਨ ਸਥਿਤੀ ਸਪਸ਼ਟ ਹੋਏਗੀ ਭਾਰਤ ਨੂੰ ਆਉਣ ਤੇ ਜਾਣ ਵਾਲੀਆਂ ਦੁਨੀਆ ਦੇ ਬਹੁਤ ਸਾਰੇ ਹੋਰ ਦੇਸ਼ਾਂ ਤੋਂ ਫਲਾਈਟਸ, ਪਰ ਜਿਹੜੀਆਂ ਇੱਥੋਂ ਕੈਨੇਡਾ ਤੋਂ, US ਤੋਂ, ਯੂਰਪ ਤੋਂ ਆਲਰੇਡੀ ਜਾਣੀ ਫਲਾਈਟਸ ਭਾਰਤ ਆ ਜਾ ਰਹੀਆਂ, ਉਹ ਆਉਂਦੀਆਂ ਜਾਂਦੀਆਂ ਰਹਿਣਗੀਆਂ ਜੀ। ਸੋ ਇਹ ਹੈ ਕਿ ਆਪਣਾ ਕੈਨੇਡਾ ਵੀ ਹਾਲੇ ਵੀ ਇਫੈਕਟ ਨਹੀਂ ਹੋਇਆ ਇਸ ਦੇ ਵਿੱਚ। ਸੋ ਪਲੀਜ਼ ਅਗਰ ਤੁਸੀਂ ਬਹੁਤ ਹੀ ਐਮਰਜੈਂਸੀ ਹੈ ਜਾਣਾ ਤੁਸੀਂ ਇੰਡੀਆ ਜਾਣਾ ਚਾਹੁੰਦੇ ਹੋ ਤਾਂ ਪਲੀਜ਼ ਬੀ ਵੈਰੀ ਵੈਰੀ ਕੇਅਰਫੁਲ। ਇਹ ਵੇਰੀਐਂਟ ਜਦੋਂ ਲਾਸਟ ਟਾਈਮ ਸ਼ੁਰੂ ਹੋਇਆ ਸੀ ਇਹ 1-2 ਦੀ ਸ਼ੁਰੂ ਹੋਇਆ ਸੀ, ਫਿਰ ਵੱਧਦਾ ਪੂਰੀ ਧਰਤੀ ਦੁਨੀਆ ਹਿਲਾਤੀ ਇਸ ਕਰੋਨਾ ਵਾਇਰਸ ਨੇ। ਸੋ ਪਲੀਜ਼ ਆਪਣਾ ਧਿਆਨ ਰੱਖਿਆ ਜਾਵੇ, ਮਾਸਕ ਅਤੇ ਸੈਨੀਟਾਈਜ਼ੇਸ਼ਨ ਜ਼ਰੂਰ ਆਪਣੇ ਕੋਲ ਨਜ਼ਦੀਕੀ ਰੱਖਿਆ ਜਾਵੇ। ਅੱਛਾ ਜੀ, ਇਹ ਨਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬਹੁਤ ਜੇ ਐਮਰਜੈਂਸੀ ਹੋਵੇ, ਹੁਣ ਹਰ ਭੈਣ ਭਰਾ ਨੂੰ ਆਪਣਾ ਕੰਮ ਆ ਨਾ ਜਿਹੜਾ ਉਹ ਐਮਰਜੈਂਸੀ ਲੱਗਦਾ। ਜਿੰਨੇ ਕੁ ਜਾਣੀ ਡੇਲੀ ਬੇਸਿਸ ਤੇ ਅਸੀਂ ਫੋਨ ਕਾਲਸ ਰਿਸੀਵ ਕਰਦੇ ਹਾਂ, ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਭੈਣ ਭਰਾਵਾਂ ਨੂੰ ਤਸੱਲੀ ਦੇਈ ਦੀ ਆ ਵੀ ਜੇ ਕਿਸੇ ਨੇ ਜ਼ਮੀਨ ਦਾ ਠੇਕਾ ਵੀ ਲੈਣਾ ਉਹਨੂੰ ਉਹ ਬਹੁਤ ਜ਼ਰੂਰੀ ਲੱਗਦਾ। ਜੇ ਜਾਣੀ ਕਿ ਕਿਸੇ ਨੇ ਵਿਆਹ ਤੇ ਵੀ ਜਾਣਾ ਉਹ ਵੀ ਉਹਦੇ ਵਾਸਤੇ ਐਮਰਜੈਂਸੀ ਆ। ਜੇ ਉੱਥੇ ਜਾਣੀ ਕੋਰਟ ਵਿੱਚ ਕੋਈ ਤਰੀਕ ਭੁਗਤਣੀ ਆ ਜਾਂ ਜ਼ਮੀਨ ਦੀ ਕੋਈ ਖਰੀਦ ਵੇਚ ਕੀਤੀ ਹੋਈ ਆ, ਕੋਈ ਸੌਦਾ ਕੀਤਾ ਹੋਇਆ, ਜਾਣੀ ਉਹਦਾ ਉਹਨਾਂ ਨੇ ਰਜਿਸਟਰੀ ਕਰਨੀ, ਉਹ ਵੀ ਬਹੁਤ ਐਮਰਜੈਂਸੀ ਆ। ਕਹਿਣ ਦਾ ਮਤਲਬ ਵੀ ਆਪੋ ਆਪਣੇ ਹਾਲਾਤਾਂ ਦੇ ਵਿੱਚ ਹਰ ਭੈਣ ਭਰਾ ਨੂੰ ਲੱਗਦਾ ਵੀ ਮੇਰਾ ਕੰਮ ਸਭ ਤੋਂ ਜਾਣੀ ਬਹੁਤ ਜ਼ਰੂਰੀ ਆ ਜੀ। ਪਰ ਫਿਰ ਜਦੋਂ ਉਹਨਾਂ ਨੂੰ ਚੇਤੇ ਕਰਾਈਦਾ ਵੀ ਜਾਨ ਤੋਂ ਵੱਧ ਪਿਆਰਾ ਕੁਛ ਨਹੀਂ, ਜਾਨ ਹੋਊਗੀ ਤੇ ਜਹਾਨ ਹੋਊਗਾ। ਬਿਲਕੁਲ, ਕਿਉਂਕਿ ਕਾਫੀ ਹੁਣ ਲੋਕਾਂ ਨੂੰ ਡਰ ਵੀ ਜੱਕੋ ਤੱਕੋ ਵੀ ਆ ਵੀ ਜੇ ਚੱਲ ਗਏ ਉੱਥੇ ਫਸ ਗਏ ਫਿਰ ਕਿਸੇ ਨੇ ਕੱਢਣਾ ਨਹੀਂ। ਸੋ ਤਦ ਕਰਕੇ ਇਹ ਆ ਜੀ ਵੀ ਐਮਰਜੈਂਸੀ ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਸਿਰਫ ਤੇ ਸਿਰਫ ਡੈਥ ਕੇਸ ਆ, ਨਾ ਫਿਰ ਪਰਿਵਾਰ ਦੇ ਵਿੱਚ ਕੋਈ ਸੀਰੀਅਸ ਇਲਨੈਸ ਆ। ਇਹ ਕੋਵਿਡ ਨੇ ਤੇ ਉਹ ਹਾਲਾਤ ਪੈਦਾ ਕੀਤੇ ਪਰਿਵਾਰਾਂ ਦੇ ਵਿੱਚ ਜਦੋਂ ਪੇਰੈਂਟਸ ਦੀਆਂ ਡੈਥਸ ਹੋਈਆਂ, ਲੋਕ ਜਾ ਨਹੀਂ ਸਕੇ ਸੰਸਕਾਰ ਤੇ, ਕਿੱਡੇ ਦੁਖਦਾਈ ਉਹ ਹਾਲਾਤ ਸੀ ਹਨਾ। ਸੋ ਉਸ ਲਿਹਾਜ਼ ਨਾਲ ਪਰ ਹੁਣ ਆਪਾਂ ਸਾਰੀ ਦੁਨੀਆ ਦੇ ਨਾਲ ਹੀ ਆ ਨਾ ਜੀ। ਇਹ ਕਿਸੇ ਇਕੱਲੇ ਤੋਂ ਇਕੱਲੇ ਨਾਲ ਤੇ ਕੁਛ ਵਾਪਰ ਨਹੀਂ ਰਿਹਾ, ਸਾਰੀ ਦੁਨੀਆ ਦੇ ਨਾਲ ਹੀ ਆ ਬਲਜੀ ਦੇ ਬੂਥੇ। ਪਰ ਇਸੇ ਦੌਰਾਨ ਜੇ ਆਪਾਂ ਸਬਰ ਸੰਤੋਖ ਨਾਲ ਥੋੜਾ ਜਿਹਾ ਟਰਮਾ ਕਰਕੇ ਥੋੜਾ ਜਿਹਾ ਹੋਰ ਟਾਈਮ ਪਾ ਲਈਏ ਤਾਂ ਲੱਗਦਾ ਕਿ ਬੈਟਰ ਟਾਈਮ ਆ ਹੀ ਜਾਣਾ। ਇਹਦਾ ਜਿਹੜਾ ਰੌਲਾ ਹੈ ਨਵੇਂ ਇਸ ਵੇਰੀਐਂਟ ਦਾ ਉਹ ਜਾਣੀ ਕਿ ਦੁੱਧ ਨੂੰ ਸੜੇ ਹੋਣ ਦੇ ਤੇ ਲੱਸੀ ਨੂੰ ਫੂਕਾ ਮਾਰਨ ਵਾਲੀ ਗੱਲ ਹਾਲ ਦੀ ਘੜੀ ਜਾਪ ਰਹੀ ਆ। ਲੱਗ ਰਿਹਾ ਵੀ ਇਹ ਕਰੋਨਾ ਵਾਇਰਸ ਵਾਲੀ ਉਹ ਜਿਹੜੀ ਯੂ ਟਰਨ ਜੋ ਸਥਿਤੀ ਮਾਰਚ 2020 ਦੇ ਵਿੱਚ ਸੀ ਉਹ ਦੁਬਾਰਾ ਨਹੀਂ ਆਉਣ ਵਾਲੀ, ਪਰ ਸਾਨੂੰ ਥੋੜੇ ਜਿਹੇ ਪ੍ਰੀਕਾਸ਼ਨਸ ਦੇ ਨਾਲ ਹੀ ਅਗਲੇ ਦਿਨ ਕੱਟਣੇ ਪੈਣਗੇ। ਜੌਲ ਸਾਹਿਬ, ਉੱਥੇ ਮੈਂ ਹੁਣੀ ਖਬਰ ਪੜ੍ਹ ਰਿਹਾ ਸੀ ਕੁਝ ਮੀਡੀਆ ਆਊਟਲੈਟਸ ਤੇ ਕਿ 4th ਵੇਵ ਦੀ ਗੱਲ ਹੋ ਰਹੀ ਹੈ। ਨਹੀਂ, ਵੇਵ ਤਾਂ ਦੇਖੋ ਜੀ ਹੁਣ ਤਾਂ ਹੋ ਸਕਦਾ 10ਵੀਂ ਦੀ ਵੀ ਗੱਲ ਚੱਲ ਪਵੇ ਹਨਾ, ਕਿਉਂਕਿ ਕਰੋਨਾ ਵਾਇਰਸ ਐਕਸਪਰਟਸ ਵੀ ਮੰਨਦੇ ਆ ਵੀ ਇਹ ਕਿਤੇ ਜਾਣਾ ਨਹੀਂ, ਸਾਡੇ ਆਲੇ ਦੁਆਲੇ ਸ਼ਾਇਦ ਬਹੁਤ ਲੰਬਾ ਟਾਈਮ ਰਹੂਗਾ। ਸੋ ਤਦ ਕਰਕੇ ਆ ਵੀ ਸਾਨੂੰ ਇਹਦੇ ਨਾਲ ਰਹਿਣਾ ਜੀਣਾ ਸਿੱਖਣਾ ਪਊਗਾ। ਪਰ ਇਹਦੇ ਨਾਲ ਵੀ ਜਿਹੜੀ ਇਹਦੀ ਇਹ ਮਿਊਟੇਸ਼ਨ ਆ ਵੀ ਜਾਣੀ ਇੰਨੇ ਰੰਗ ਰੂਪ ਸਰੂਪ ਆਪਣੇ ਬਦਲ ਰਿਹਾ, ਜਿਹਦੇ ਕਰਕੇ ਵੀ ਹੋਰ ਜ਼ਿਆਦਾ ਮਾਰੂ ਹੋ ਸਕਦਾ, ਹੋਰ ਜ਼ਿਆਦਾ ਸਾਇੰਟਿਸਟ ਨੂੰ ਫਿਰ ਇਹ ਕੰਮ ਹੀ ਲਾ ਦਿੰਦਾ ਹੈ। ਚਲੋ ਫਿਰ ਜਿਹੜੀਆਂ ਕਨਸਪੀਰੇਸੀ ਥਿਊਰੀ ਦਾ ਇਹ ਕਹਿੰਦੇ ਵੀ ਉਹ ਪੈਸੇ ਬਣਾਉਣਾ ਚਾਹੁੰਦੇ ਆ ਦਵਾਈਆਂ ਵਾਲੀਆਂ ਕੰਪਨੀਆਂ ਦਾ ਹਨਾ, ਚਲੋ ਉਹ ਵੀ ਉਹਨਾਂ ਦੀ ਗੱਲ ਠੀਕ ਆ, ਸਿਰ ਮੱਥੇ ਤੇ ਆ। ਪਰ ਦੂਸਰੇ ਪਾਸੇ ਜੋ ਕੁਝ ਵੀ ਹੁਣ ਵਾਪਰ ਰਿਹਾ ਸੰਸਾਰ ਦੇ ਵਿੱਚ, ਸਾਰੀ ਮਨੁੱਖਤਾ ਤੇ ਸਾਰੀ ਧਰਤੀ ਤੇ ਇੱਕ ਸਾਰ ਹੈ ਤੇ ਆਪਾਂ ਸਾਰੇ ਸੇਮ ਬੋਟ ਦੇ ਵਿੱਚ ਆਏ ਤੇ ਆਪੋ ਆਪਣੀ ਜ਼ਿੰਦਗੀ ਦੀ ਸੇਫਟੀ ਦੇ ਲਿਹਾਜ਼ ਨਾਲ ਹਰ ਇੱਕ ਨੇ ਆਪਣਾ ਡਿਸੀਜਨ ਆ ਜਿਹੜਾ ਬਣਾਉਣਾ ਹੈ। ਜੌਲ ਸਾਹਿਬ, ਕੁਝ ਇੱਕ ਰਿਸਟ੍ਰਿਕਸ਼ਨਸ ਕੈਨੇਡਾ ਸਰਕਾਰ ਨੇ ਦਿੱਤੀਆਂ ਨੇ ਟਰੈਵਲਿੰਗ ਲਈ, ਉਹ ਕਿਹੜੇ ਰਿਸਟ੍ਰਿਕਸ਼ਨਸ ਆਏ ਨੇ ਨਵੇਂ? ਯੈਸ, ਇੱਕ ਤੇ ਉਹਨਾਂ ਨੇ ਅਫਰੀਕਾ ਦੇ ਵਿੱਚ, ਕਿਉਂਕਿ ਉੱਥੇ ਸਮਝਿਆ ਜਾਂਦਾ ਇਹਦਾ ਵੇਰੀਐਂਟ ਦਾ ਖਤਰਾ, ਤੇ ਕੁਝ ਹੋਰ ਕੰਟਰੀ ਜਿਹੜੇ ਸ਼ਾਮਲ ਕਰ ਲਏ ਆ ਉਹ ਮਨਾਹੀ ਵਾਲੇ ਹੁਕਮਾਂ ਦੀ ਲਿਸਟ ਦੇ ਵਿੱਚ, ਜਿਹਦੇ ਵਿੱਚ ਹੁਣ ਮਿਸਰ, ਨਾਈਜੀਰੀਆ ਤੇ ਮਲਾਵੀ ਵੀ ਆ ਗਏ ਆ। ਉਹਨਾਂ ਦੇਸ਼ਾਂ ਦੇ ਨਾਲ ਚਲੋ ਆਪਣੀ ਕਮਿਊਨਿਟੀ ਤੱਕ ਬਹੁਤਾ ਬਾਹਰ ਨਹੀਂ ਪੈਂਦਾ, ਪਰ ਇਹਦੇ ਬਾਵਜੂਦ ਜੀ ਵੀ ਜਿਹੜਾ ਇਹ ਖਾਸ ਤੌਰ ਤੇ ਹੁਣ ਕੈਨੇਡਾ ਨੂੰ ਕਿਸੇ ਵੀ ਮੁਲਕ ਤੋਂ ਅਮਰੀਕਾ ਨੂੰ ਛੱਡ ਕੇ ਜਾਣੀ ਲੋਕ ਆਉਣਗੇ, ਇੱਕ ਤੇ ਉਹਨਾਂ ਦਾ ਏਅਰਪੋਰਟ ਤੇ ਇੱਥੇ ਕਰੋਨਾ ਟੈਸਟ ਜਿਹੜਾ ਜੀ ਵੀ ਹੋਣਾ ਸ਼ੁਰੂ ਹੋ ਜਾਣਾ, ਇੱਥੇ ਟੋਰਾਂਟੋ ਸ਼ਾਇਦ ਅੱਜ ਹੀ ਸ਼ੁਰੂ ਹੋ ਜਾਵੇ, ਬਾਕੀ ਏਅਰਪੋਰਟਸ ਤੇ ਵੀ ਬੰਦੋਬਸਤ ਕੀਤੇ ਜਾ ਰਹੇ ਆ। ਤੇ ਇਹਦੇ ਨਾਲ ਹੀ ਫਿਰ ਜਾਣੀ ਕਿ ਵੀ ਨਤੀਜਾ ਉਹਦਾ ਰਿਜ਼ਲਟ ਰਿਪੋਰਟ ਆ ਜਾਣ ਤੱਕ ਜਿਹੜਾ ਜੀ ਵੀ ਸੈਲਫ ਆਈਸੋਲੇਸ਼ਨ ਦੇ ਵਿੱਚ ਵੀ ਰਹਿਣਾ ਜ਼ਰੂਰੀ ਹੈ। ਦੂਸਰੇ ਪਾਸੇ ਜਿਹੜੇ ਜਾਣੀ ਕਿ ਅਨਵੈਕਸੀਨੇਟਡ ਲੋਕ ਕੋਈ ਕੈਨੇਡੀਅਨ ਸਿਟੀਜ਼ਨ ਹੋਣਗੇ ਜਾਂ PR ਹੋਣਗੇ, ਉਹ ਕੈਨੇਡਾ ਵਾਪਸ ਆ ਰਹੇ ਹੋਣਗੇ, ਉਹਨਾਂ ਨੂੰ ਫਿਰ ਜਾਣੀ ਸੈਲਫ ਆਈਸੋਲੇਸ਼ਨ ਆ ਜੀ ਵੀ ਉਹ ਗਵਰਨਮੈਂਟ ਨੇ ਆਪਣੀ ਦੇਖ ਰੇਖ ਹੇਠ ਕਰਾਉਣੀ ਆ, ਉਹਨਾਂ ਨੂੰ ਘਰੇ ਨਹੀਂ ਭੇਜਣਾ। ਸੋ ਇੱਦਾਂ ਕਰਕੇ ਇਹਦੇ ਨਾਲ ਹੀ ਆ ਵੀ ਜਾਣੀ ਕਿ ਇਹ ਜਿਹੜੀਆਂ ਰਿਸਟ੍ਰਿਕਸ਼ਨ ਜਾਣੀ ਏਅਰਪੋਰਟ ਤੇ ਆਲਰੇਡੀ 2 ਮਹੀਨੇ ਪਹਿਲਾਂ ਸੀਗੀਆਂ ਉਹ ਵਾਪਸ ਆ ਰਹੀਆਂ, ਤੇ ਸਾਰੇ ਜਿਹੜੇ ਸਾਡੇ ਇੰਟਰਨੈਸ਼ਨਲ
ਏਅਰਪੋਰਟਸ ਹੈਗੇ ਆ ਇੱਥੇ ਕੈਨੇਡਾ ਦੇ ਵਿੱਚ, ਤੇ ਜਿੱਥੋਂ ਵੀ ਕਿਤੇ ਜਾਣੀ ਕਿ ਫਲਾਈਟ ਆਊਗੀ ਅਮਰੀਕਾ ਨੂੰ ਛੱਡ ਕੇ, ਇਹ ਜਿਹੜੇ ਆ ਟੈਸਟ ਹੋਣੇ ਸ਼ੁਰੂ ਹੋ ਜਾਣਗੇ। ਤੇ ਦੂਸਰਾ ਇਹ ਆ ਵੀ ਇਹ ਜਿਹੜੇ ਸਾਡੇ ਹੈਲਥ ਮਿਨਿਸਟਰ ਆ ਨਾ ਵੀ ਇਵੇਸ ਜੀਨ ਨਿਕੋਲਸ ਜੀ, ਉਹਨਾਂ ਨੇ ਇਹ ਕਿਹਾ ਜੀ ਵੀ ਜਿਨ੍ਹਾਂ ਨੇ ਹਜੇ ਕੈਨੇਡੀਅਨ ਸਿਟੀਜ਼ਨ ਨੇ ਜਾਂ PR ਨੇ ਵੀ ਬੈਠ ਰਿਹਾ ਉਹ ਜਿੱਥੇ ਜਿੱਥੇ ਵੀ ਹੈ ਆਪਣਾ ਉਹ ਕਰੋਨਾ ਵਾਇਰਸ ਦਾ ਜਿਹੜਾ ਉਹ ਟੀਕਾਕਰਨ ਵੀ ਕਰਾਉਣ ਜੀ। ਦੂਸਰਾ ਇਹ ਆ ਜੀ ਟੈਸਟ ਤੇ ਕਰਾ ਕੇ ਚਲੋ ਏਅਰਪੋਰਟ ਗੱਡੀਆਂ ਉਹ ਬੈਠਣਾ ਹੀ ਪੈਂਦਾ ਪਲੇਨ ਦੇ ਵਿੱਚ, ਤਾਂ ਹੀ ਬੈਠ ਸਕਦੇ ਨੇ ਜੇ ਉਹਨਾਂ ਦਾ ਟੈਸਟ ਵੀ ਹੋਇਆ ਹੋਵੇ, ਉਹਨਾਂ ਨੂੰ ਵੈਕਸੀਨੇਟ ਵੀ ਕੀਤਾ ਗਿਆ ਹੋਵੇ, ਪਰ ਕੈਨੇਡੀਅਨ ਸਿਟੀਜ਼ਨ ਨੂੰ ਨਹੀਂ ਰੋਕਿਆ ਜਾ ਸਕਦਾ, ਉਹਨਾਂ ਨੂੰ ਐਂਟਰ ਤੇ ਕੀਤਾ ਜਾਏਗਾ ਹੀ। ਪਰ ਦੂਸਰੇ ਪਾਸੇ ਇਹ ਆ ਜੀ ਵੀ ਇਹ ਜਿਹੜੀਆਂ ਬਦਲੀਆਂ ਹੋਈਆਂ ਪ੍ਰਸਥਿਤੀਆਂ ਆ ਉਹਦੇ ਲਿਹਾਜ਼ ਨਾਲ ਉਹ ਕਹਿੰਦੇ ਆ ਵੀ ਇਸ ਵੇਲੇ ਜੇ ਕਿਸੇ ਨੇ ਟਰੈਵਲ ਕਰਨਾ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਉਹ 100 ਵਾਰੀ ਸੋਚਿਆ ਜਾਵੇ ਜੀ। ਏਅਰਪੋਰਟਾਂ ਤੇ ਲੋਕਾਂ ਨੂੰ ਫਿਰ ਤਿਆਰ ਰਹਿਣਾ ਪਊਗਾ ਪਹਿਲਾਂ ਵਾਂਗ ਵੀ ਜਦੋਂ ਫਲਾਈਟ ਆ ਕੇ ਉਤਰਦੀ ਆ ਬਹੁਤ ਸਾਰਾ ਰਸ਼ ਏਅਰਪੋਰਟ ਤੇ ਨਾ ਸਵੇਰ ਵੇਲੇ ਪੈਂਦਾ, ਜਦੋਂ ਏਅਰ ਇੰਡੀਆ ਵੀ ਆ ਜਾਂਦੀ ਆ, ਏਅਰ ਕੈਨੇਡਾ ਵੀ ਆ ਜਾਂਦੀ ਆ, ਫਿਰ ਕਈ ਘੰਟੇ ਲੋਕਾਂ ਦੇ ਅੰਦਰ ਲੱਗ ਜਾਂਦੇ ਆ ਵੇਟ ਕਰਦੇ ਆ ਬਾਕੀ ਸਭ ਕੁਝ। ਪਰ ਹੁਣ ਇਹ ਐਡੀਸ਼ਨਲ ਜਿਹੜੀ ਸਿਰਦਰਦੀ ਹੋ ਸਕਦੀ ਆ ਜਾਣੀ ਕਿ ਕਰੋਨਾ ਵਾਇਰਸ ਦਾ ਟੈਸਟ ਕਰਾਉਣ ਦੀ, ਵੀ ਉਦੋਂ ਤੱਕ ਉਹਨਾਂ ਨੇ ਘਰੇ ਹੀ ਨਹੀਂ ਆਉਣ ਦੇਣਾ ਵਿਅਕਤੀ ਨੂੰ, ਬਹੁਤ ਥੋੜੇ ਜਿਹੇ ਲੰਬੇ ਇੰਤਜ਼ਾਰ ਲਈ ਜਿਨ੍ਹਾਂ ਨੇ ਲੋਕਾਂ ਨੇ ਲੈਣ ਵੀ ਜਾਣਾ ਏਅਰਪੋਰਟ ਤੋਂ ਲੋਕਾਂ ਨੂੰ, ਜਾਣੀ ਕਿ ਉਹਨਾਂ ਨੂੰ ਵੀ ਜ਼ਿਆਦਾ ਟਾਈਮ ਲੱਗ ਸਕਦਾ ਜੀ। NDP ਹੁਣ ਜੋ ਇਲੈਕਸ਼ਨਸ ਆ ਰਹੇ ਨੇ 2022 ਦੇ ਵਿੱਚ ਕੁਛ ਇੱਕ ਵਾਅਦੇ ਕਰ ਰਹੇ ਨੇ ਲੋਲੀਪੌਪਸ, ਹੁਣ ਤਾਂ ਸਾਰੇ ਜਿੰਨੇ ਵੀ ਕੈਂਡੀਡੇਟਸ ਨੇ ਜਾਂ ਜਿੰਨੇ ਵੀ ਪਾਰਟੀ ਮੈਂਬਰਸ ਨੇ ਉਹ ਕੁਛ ਹੁਣ ਅੱਗੇ ਜਾ ਕੇ ਆਪਣੇ ਵਿਚਾਰ ਦੇਣਗੇ ਜੀ। NDP ਨੇ ਪ੍ਰਪੋਜ਼ ਕੀਤਾ ਹੈ ਕਿ ਅਗਰ ਉਹ ਜਿੱਤਣਗੇ ਤਾਂ $20 ਮਿਨੀਮਮ ਵੇਜ ਕੀਤਾ ਜਾਵੇਗਾ। ਇਹ ਸਰ ਦੇਖੋ ਨਾ ਵੀ ਸਾਡੇ ਉਧਰ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਢੋਲ ਵੱਜਣ ਵਾਲਾ, ਇੱਧਰ ਓਨਟਾਰੀਓ ਦੇ ਵਿੱਚ ਵੱਜਣ ਵਾਲਾ ਹਨਾ। ਓਨਟਾਰੀਓ ਦੇ ਵਿੱਚ ਤਾਂ ਚਲੋ ਡੇਟ ਜਿਹੜੀ ਆ ਉਹ ਪਤਾ ਵੀ 2 ਜੂਨ ਨੂੰ ਅਗਲੇ ਸਾਲ ਜਿਹੜੀਆਂ ਉਹ ਵੋਟਾਂ ਪੈਣੀਆਂ ਆ, ਤੇ ਉਹ ਤੋਂ ਪਹਿਲਾਂ ਹੁਣ ਲੱਗ ਰਿਹਾ ਵੀ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਵੀ ਉਹ ਐਲਾਨਾਂ ਤੇ ਵਾਅਦਿਆਂ ਦਾ ਜਿਹੜਾ ਉਹਨਾਂ ਦਾ ਮੋੜ ਆ ਜਾਣੀ ਉਹ ਕੇਜਰੀਵਾਲ ਚੰਨੀ ਤੇ ਬਾਦਲਾਂ ਵਾਲੀ ਤਰੀਕੇ ਦੇ ਨਾਲ ਹੀ ਚੱਲਣ ਦੀ ਕੋਸ਼ਿਸ਼ ਦੇ ਵਿੱਚ ਲੱਗ ਰਹੇ ਨੇ, ਲੱਗ ਰਹੀਆਂ ਵੀ ਨੇ। ਇਹ ਆ ਜੀ ਵੀ ਹੁਣ ਥੋੜੇ ਦਿਨ ਪਹਿਲਾਂ ਹਲੇ NDP ਨੇ ਜਾਣੀ ਕਿ ਕਿਹਾ ਸੀਗਾ $15 ਜਿਹੜੀ ਆ ਮਿਨੀਮਮ ਵੇਜ ਹੋਣੀ ਚਾਹੀਦੀ ਆ, ਉਹ 15 ਜੇ ਹੁਣ ਐਲਾਨ ਕੀਤੀ ਗਵਰਨਮੈਂਟ ਨੇ, ਤੇ 1 ਜਨਵਰੀ 2022 ਤੋਂ ਅਗਲੇ ਸਾਲ 1 ਜਨਵਰੀ ਜਿਹੜੀ ਆ ਰਹੀ ਆ ਜੀ ਮਿਨੀਮਮ ਵੇਜ ਜਿਹੜੀ $15 ਪ੍ਰੋਵਿੰਸ ਦੇ ਵਿੱਚ ਉਹ ਇੰਪਲੀਮੈਂਟ ਹੋ ਜਾਏਗੀ। ਤੇ ਹੁਣ ਇਹਨਾਂ ਨੇ ਸਿੱਧੀ ਚੱਕ ਕੇ ਕਿਹਾ ਨਹੀਂ ਜੀ 20 ਹੋਣੀ ਚਾਹੀਦੀ ਹੈ ਜੀ। ਸੋ $20 ਇਹਨਾਂ ਨੇ ਪ੍ਰੋਮਿਸ ਕੀਤਾ ਵੀ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਮਿਨੀਮਮ ਵੇਜ ਆ ਜਿਹੜੀ ਉਹ $20 ਕਰ ਦਿਆਂਗੇ। ਬਹੁਤ ਵੱਡੀ ਲੋਲੀਪੌਪ ਹੈ। ਯੈਸ, ਸੋ ਇਲੈਕਸ਼ਨ ਦਾ ਪ੍ਰੋਬਲਮ ਇਹਦੇ ਵਿੱਚ ਇਹ ਹੈ ਨਾ ਵੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਅਕਸਰ ਮਤਲਬ $20 ਕੋਈ ਇੰਪਲੋਇਰ ਅਫੋਰਡ ਵੀ ਕਰਨਾ ਚਾਹੀਦਾ ਜਿੰਨੇ ਕਿ ਵਰਕਰ ਨੂੰ ਦੇਣਾ। ਬਿਲਕੁਲ ਬਿਲਕੁਲ। ਪਰ ਦੂਸਰੇ ਪਾਸੇ ਵਰਕਰ ਜਿਹੜਾ ਵਰਕ ਕਰ ਰਿਹਾ ਜਾਣੀ ਕਿ ਵੀ ਉਹਦੀਆਂ ਵੀ ਲੋੜਾਂ ਨੇ, ਉਹਦੇ ਵੀ ਖਰਚੇ ਨੇ, ਵੀ $20 ਨਾਲ ਕੁਝ ਵੀ ਨਹੀਂ ਬਣਦਾ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਤਾਂ। ਰਾਈਟ। ਸੋ ਦੂਸਰੇ ਜਿਹੜੇ ਜੀ ਵੀ ਬਿਜ਼ਨਸ ਕਮਿਊਨਿਟੀ ਆ ਜੇ ਵੀ ਉਹਨਾਂ ਨੇ $20 ਜਾਂ ਆਪਣੇ ਇੰਪਲੋਈ ਨੂੰ ਜਾਣੀ ਕਿ ਅੱਛੀ ਤਨਖਾਹ ਤੇ ਬੈਨੀਫਿਟ ਦੇਣੇ ਆ, ਤੇ ਉਹਨਾਂ ਨੇ ਪਾਸ ਆਨ ਤੇ ਉਹ ਕਸਟਮਰ ਨੂੰ ਹੀ ਕਰਨੇ ਆ ਨਾ, ਜੇਬ ਚੋਂ ਤਾਂ ਕਿਸੇ ਨੇ ਕੁਛ ਨਹੀਂ ਦੇਣਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਕਈ ਵਾਰ ਫੈਸਲਾ ਕਰਨਾ ਔਖਾ ਹੋ ਜਾਂਦਾ ਵੀ ਇਹ ਵਧਾਏ ਜਾਣ ਜਾਂ ਘਟਾਏ ਜਾਣ ਜਾਂ ਕੀ ਕੀਤਾ ਜਾਵੇ। ਪਰ ਮਹਿੰਗਾਈ ਦੇ ਲਿਹਾਜ਼ ਨਾਲ ਜਿੰਨਾ ਲੱਕ ਜਿਹੜਾ ਜੀ ਵੀ ਲੋਕਾਂ ਦਾ ਟੁੱਟਾ ਪਿਆ ਕਿਸੇ ਸਟੋਰ ਦੇ ਵਿੱਚ ਜਾ ਕੇ ਦੇਖ ਲਓ, ਉਸ ਲਿਹਾਜ਼ ਨਾਲ ਤੇ $20 ਕੁਛ ਵੀ ਨਹੀਂ ਲੱਗਦੇ। ਪਰ ਬਿਜ਼ਨਸ ਕਮਿਊਨਿਟੀ ਸਦਾ ਜੀ ਵੀ ਆਪਣੇ ਆਪ ਨੂੰ ਚੈਲੰਜਿੰਗ ਮਹਿਸੂਸ ਕਰਦੇ ਨੇ ਜਦੋਂ ਵੀ ਹਾਇਰ ਵੇਜ ਦੀ ਗੱਲ ਚੱਲਦੀ ਆ ਵਰਕਰ ਦੇ ਵਾਸਤੇ। ਪਰ NDP ਜਿਹੜੇ ਕੋਸ਼ਿਸ਼ ਕਰਦੇ ਨੇ ਵੀ ਸਦਾ ਜੀ ਵੀ ਅਸੀਂ ਵਰਕਰ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੀਏ। ਪਰ ਇਹ ਜ਼ਰੂਰ ਅਸੀਂ ਦੇਖ ਰਹੇ ਹਾਂ ਪਿਛਲੇ ਜਾਣੀ ਕਿ 2-3 ਸਾਲਾਂ ਤੋਂ ਖਾਸ ਤੌਰ ਤੇ ਵੀ ਡਜ਼ਨਟ ਮੈਟਰ ਸਰਕਾਰ ਕੀ ਕਰਦੀ ਆ, ਇਹਨਾਂ ਨੇ ਉਹਨੂੰ ਗਲਤ ਕਹਿਣਾ ਹੀ ਕਹਿਣਾ ਹਨਾ, ਜਾਣੀ ਆਲੋਚਨਾ ਕਰਨ ਵਾਸਤੇ ਹੀ ਆਲੋਚਨਾ ਕਰੀ ਜਾਣੀ ਆ। ਇਹ ਨਹੀਂ ਕਦੀ ਨਾਪ ਤੋਲ ਕਰਨਾ ਵੀ ਚਲੋ ਜੀ ਵੀ ਆਹ ਕੰਮ ਠੀਕ ਹੈ, ਇਹਦੇ ਤੇ ਅਸੀਂ ਕਹਿ ਦਈਏ ਵੀ ਹਾਂਜੀ ਆਹ ਠੀਕ ਵੀ ਕੀਤਾ। ਹੁਣ ਇਹ ਤਾਂ ਨਹੀਂ ਨਾ ਵੀ ਇੱਕ ਬੰਦਾ 100% ਕੰਮ ਗਲਤ ਹੀ ਕਰੀ ਜਾਂਦਾ। ਜੀ 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 ਜੀ। ਇਹਨਾਂ ਨੇ ਜਾਣੀ ਵੀ ਕਿਸੇ ਕੰਮ ਨੂੰ ਡੱਗਫੋੜ ਹੋਣਾ ਦੀ ਨੂੰ ਚੰਗਾ ਕਿਹਾ ਹੋਵੇ, ਉਹ ਜੇ ਕਿਸੇ ਨੂੰ ਯਾਦ ਆ ਤੇ ਦੱਸ ਦਿੱਤਾ ਜਾਵੇ। ਪਰ ਦੂਸਰੇ ਪਾਸੇ ਚਲੋ ਅਸੀਂ ਕਿਸੇ ਦੀ ਕੋਈ ਪ੍ਰਸ਼ੰਸਾ ਜਾਂ ਆਲੋਚਨਾ ਨਹੀਂ ਕਰਦੇ, ਪਰ ਅਜੇ ਥੋੜੇ ਦਿਨ ਪਹਿਲਾਂ ਹੀ ਇਹ ਕਹਿ ਰਹੇ ਸੀ ਵੀ $15 ਹੋਣੇ ਚਾਹੀਦੇ ਆ, 15 ਹੋਏ ਨਹੀਂ ਤੇ ਹੁਣੇ 20 ਤੇ ਆ ਗਏ। ਚਲੋ ਦੇਖੋ IRCC ਦੀ ਗੱਲਬਾਤ ਕਰ ਲਈਏ ਜੀ ਜੌਲ ਸਾਹਿਬ। ਪ੍ਰਾਇਓਰਟੀਜ਼ ਹੈਲਥ ਕੇਅਰ ਐਂਡ ਐਗਰੀਕਲਚਰ ਐਂਡ ਸਟੂਡੈਂਟ ਪਰਮਿਟਸ ਐਪਲੀਕੇਸ਼ਨਸ, ਇਹਦੀ ਕੀ ਗੱਲਬਾਤ ਹੋ ਰਹੀ ਹੈ, ਕਿੱਥੋਂ ਤੱਕ ਪਹੁੰਚੀ ਹੈ ਜੀ ਗੱਲਬਾਤ? ਕਿਉਂਕਿ ਲਾਈਨਾਂ ਲੰਬੀਆਂ ਲੱਗ ਰਹੀਆਂ ਨੇ ਤੇ ਵੱਧ ਨਾਕਾ ਓਮਨੀਕੌਰਨ ਆ ਗਿਆ, ਹੁਣ ਪਤਾ ਨਹੀਂ ਕਦੋਂ ਕੀ ਬੰਦ ਹੋ ਜਾਣਾ। ਵਾਟਸ ਦ ਸਟੇਟਸ ਰਾਈਟ ਨਾਓ? ਦੇਖੋ ਅਰਸ਼ੇ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਪ੍ਰੋਸੈਸ ਕਰੀਏ ਐਪਲੀਕੇਸ਼ਨਜ਼ ਤੇ ਕਰੀਏ ਵੀ ਤੇਜ਼ੀ ਦੇ ਨਾਲ, ਤੇ ਕਰੀਏ ਫਿਰ ਇਹ ਕੇਸ ਪਾਲਿਸੀ ਦੇ ਤਹਿਤ ਇਹ ਦੇਖਦੇ ਨੇ ਵੀ ਸਭ ਤੋਂ ਜ਼ਿਆਦਾ ਜਾਣੀ ਕਿ ਐਪਲੀਕੇਸ਼ਨਜ਼ ਪ੍ਰੋਸੈਸ ਕਰਨੀਆਂ ਅਰਜੈਂਟ ਕਿਹੜੀਆਂ ਆ। ਚਲੋ ਫੈਮਿਲੀ ਕਲਾਸ ਤੇ ਸਦਾ ਰਹੀ ਆ, ਪਰ ਇਹਦੇ ਨਾਲ ਹੀ ਜਿਹੜੀਆਂ ਜਾਣੀ ਕਿ ਵਰਕ ਪਰਮਿਟ ਦੇ ਸੈਕਟਰ ਦੇ ਵਿੱਚ ਖਾਸ ਤੌਰ ਤੇ ਵੀ ਐਗਰੀਕਲਚਰ ਹੈ, ਫਾਰਮਿੰਗ ਸੈਕਟਰ ਹੈ, ਜਾਂ ਫਿਰ ਹੈਲਥ ਕੇਅਰ ਆ ਜਿਹਨੂੰ ਆਪਾਂ ਫਰੰਟ ਲਾਈਨ ਕਹਿੰਦੇ ਆ,
ਸੋ ਖਾਸ ਤੌਰ ਤੇ ਵੀ ਇਸ ਸੈਕਟਰ ਦੇ ਵਿੱਚ ਤੇ ਉਹਦੇ ਵਿੱਚ ਇੱਕ ਤੀਸਰਾ ਸੈਕਟਰ ਆ ਕੇ ਜੁੜਿਆ ਹੋਇਆ ਸਟੂਡੈਂਟਸ ਇੰਡਸਟਰੀ, ਹਾਂਜੀ ਐਜੂਕੇਸ਼ਨ ਇੰਡਸਟਰੀ ਜਿਹੜੀ ਕਹਿ ਲਓ ਜੀ ਅੱਛਾ, ਉਹ ਹੁਣ ਵੀ ਜਾਣੀ ਇੱਕ ਬਿਜ਼ਨਸ ਹੀ ਹੋਣ ਕਰਕੇ ਵੀ ਜਾਣੀ ਕਿ ਸਟੂਡੈਂਟਸ ਆਉਂਦੇ ਰਹਿਣਗੇ ਤੇ ਉਹ ਸਕੂਲ ਕਾਲਜ ਜਿਹੜੇ ਖੁੱਲੇ ਹੋ ਆ ਜਾਣੀ ਉਹ ਚੱਲਦੇ ਰਹਿਣਗੇ ਨਾ, ਉਹਨਾਂ ਦੀਆਂ ਇਮਾਰਤਾਂ, ਉਹਨਾਂ ਦਾ ਸਟਾਫ ਆ, ਬਾਕੀ ਖਰਚੇ ਆ ਸਾਰੇ। ਤੋ ਇਹਦੇ ਕਰਕੇ ਹੁਣ ਇਹ ਸਿਚੁਏਸ਼ਨ ਆ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਜਿਹੜੇ ਕੈਨੇਡਾ ਦੇ ਆ, ਇੱਕ ਤੇ ਇਹ ਜਾਣੀ ਐਗਰੀਕਲਚਰ, ਦੂਸਰਾ ਹੈਲਥ ਕੇਅਰ ਤੇ ਤੀਸਰਾ ਇਹ ਸਟੂਡੈਂਟ ਐਜੂਕੇਸ਼ਨ ਇੰਡਸਟਰੀ, ਇਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਇਹਨਾਂ ਨੂੰ ਐਪਲੀਕੇਸ਼ਨ ਪ੍ਰਾਪਤ ਹੁੰਦੀਆਂ ਆ, ਉਹ ਜਾਣੀ ਕਿ ਉਹ ਪ੍ਰਾਇਓਰਟੀ ਤੇ ਪ੍ਰੋਸੈਸ ਕਰਨ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਆ। ਪਰ ਇਹਦੇ ਨਾਲ ਹੀ ਜਾਣੀ ਜਿਹੜਾ ਸੁਪਰ ਵੀਜ਼ਾ ਜਾਂ ਫਿਰ ਇਹ ਵਿਜ਼ਟਰ ਵੀਜ਼ਾ ਕਹਿ ਲਓ ਵੀ ਇਹ ਉਹਨਾਂ ਦੀ ਪ੍ਰਾਇਓਰਟੀ ਤੇ ਨਹੀਂ ਹੈਗਾ, ਉਹ ਆਮ ਜਿਹੜਾ ਰੂਟੀਨ ਦੇ ਵਿੱਚ ਉਹਨਾਂ ਦੀ ਪ੍ਰੋਸੈਸ ਚੱਲਦੀ ਆ। ਪਰ ਦੂਸਰੇ ਪਾਸੇ ਇਹ ਆ ਜੀ ਵੀ ਜਿਹੜਾ ਜਾਣੀ ਕਿ ਬਹੁਤ ਵਾਰੀ ਹੁੰਦਾ ਕਿ ਐਪਲੀਕੇਸ਼ਨ ਜਿਹੜੀ ਆ PR ਕਾਰਡ ਦੀ ਲੋਕਾਂ ਨੇ ਲਗਾਈ ਹੁੰਦੀ ਆ, ਜਾਂ ਫਿਰ ਨਵੇਂ ਲੋਕ ਜਿਹੜੇ ਪਹੁੰਚਦੇ ਆ ਉਹਨਾਂ ਨੂੰ PR ਕਾਰਡ ਮਿਲਦਾ, ਵੇਟ ਕਰਨਾ ਪੈਂਦਾ ਡਾਕ ਦੇ ਰਾਹੀਂ। ਹੁਣ ਲੇਕਿਨ ਕਿ ਜਿਹੜਾ ਉਹ ਕਾਰਡ ਆ, ਭਾਵੇਂ ਕਿ ਉਹ ਕਹਿੰਦੇ ਜੀ ਵੀ ਅਸੀਂ ਸਾਰਾ ਕੁਛ ਨੋਰਮਲ ਕਰਨ ਦੀ ਕੋਸ਼ਿਸ਼ ਦੇ ਵਿੱਚ ਆ, ਵੀ ਲੋਕ ਜਿਨ੍ਹਾਂ ਨੇ ਰਿਨਿਊ ਕਰਨ ਲਈ ਵੀ ਅਪਲਾਈ ਕੀਤੇ ਹੋਏ ਨੇ ਉਹ ਆਪਣਾ ਕਾਰਡ ਪਿਕ ਕਰ ਸਕਣਗੇ। ਆਫਿਸ ਜਿਹੜੇ ਆ ਦੱਖਣੀ ਓਨਟਾਰੀਓ ਦੇ ਵਿੱਚ ਵੀ ਨੋਰਮਲ ਆਪਰੇਟ ਕਰਨੇ ਸ਼ੁਰੂ ਹੋ ਜਾਣੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ। ਪਰ PR ਕਾਰਡ ਜਿਹੜਾ ਡਾਕ ਰਾਹੀਂ ਜਾਣੀ ਆਉਂਦਾ, ਉਹ 2-3 ਮਹੀਨੇ ਤੱਕ ਦਾ ਸਮਾਂ ਜਿਹੜਾ ਜੀ ਵੀ ਆਮ ਲੱਗ ਰਿਹਾ ਜੀ। ਪਰ ਜੇ ਕੋਈ ਰੈਫਿਊਜੀ ਕੈਨੇਡਾ ਦੇ ਵਿੱਚ ਅਪਲਾਈ ਕਰੇ ਆਪਣਾ ਵਰਕ ਪਰਮਿਟ, ਤੇ ਉਹਨੂੰ ਬਹੁਤਾ ਪ੍ਰਾਇਓਰਟੀ ਤੇ ਨਹੀਂ ਰੱਖਿਆ ਜਾਂਦਾ, ਉਹਨੂੰ 7-8-9 ਮਹੀਨੇ ਤੱਕ ਕਈ ਵਾਰੀ ਪ੍ਰੋਸੈਸ ਹੋਣ ਨੂੰ ਐਪਲੀਕੇਸ਼ਨ ਲੱਗ ਜਾਂਦੇ ਆ ਜੀ। ਸੋ ਇਸ ਕਰਕੇ ਜੀ ਹੁਣ ਸਮੈਸਟਰ ਜਿਹੜਾ ਅਗਲਾ ਆ ਰਿਹਾ ਜਿਹੜਾ ਜਨਵਰੀ ਤੋਂ, ਉਹਦੇ ਵਾਸਤੇ ਜਾਣੀ ਕਿ ਐਪਲੀਕੇਸ਼ਨ ਜਿਹੜੀਆਂ ਧੜਾ ਪ੍ਰੋਸੈਸ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਜਿਹੜੇ ਸਟੂਡੈਂਟਸ ਆ ਉਹ ਸਮੇਂ ਸਿਰ ਆ ਕੇ ਆਪਣਾ ਸਮੈਸਟਰ ਸ਼ੁਰੂ ਕਰ ਸਕਣ ਜੀ। ਸਾਡੇ ਨਾਲ ਕਾਲਰ ਨੇ ਜੀ, ਆਪਾਂ ਫਟਾਫਟ ਲੈ ਲਈ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਪਿਆਰੇ ਟੀਮ ਨੂੰ ਜੀ, ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ। ਤੇ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਕਿ 9ਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਜੀਵਨ ਨੂੰ ਸਮਰਪਿਤ ਇੱਕ ਦਿਨ ਦਾ ਸੈਮੀਨਾਰ ਹੋ ਰਿਹਾ ਹੈ ਗ੍ਰੈਂਡ ਤਾਜ ਬੈਂਕੁਏਟ ਹਾਲ, ਜਿਹੜਾ ਕਿ ਡਿਕਸੀ ਰੋਡ ਦੇ 6905 ਤੇ ਯੂਨਿਟ 20 ਦੇ ਅੰਦਰ ਹੈ, ਡੇਰੀ ਰੋਡ ਦੇ ਕਾਰਨਰ ਤੇ। ਉੱਥੇ ਸਾਰਿਆਂ ਨੂੰ ਆਉਣ ਦੀ ਅਸੀਂ ਬੇਨਤੀ ਕਰਦੇ ਹਾਂ ਤੇ ਸਭ ਦੇ ਵਾਸਤੇ ਬੜਾ ਵਧੀਆ ਯਾਨੀ ਲੰਗਰ, ਜਿਹਨੂੰ ਕਿ ਅਸੀਂ ਬ੍ਰੇਕਫਾਸਟ ਤੇ ਲੰਚ ਦਾ ਵੀ ਪ੍ਰੋਗਰਾਮ ਕੀਤਾ ਗਿਆ ਤੇ ਮੈਂ ਦੁੱਗਲ ਅੰਕਲ ਉੱਤੇ ਸਾਰਾ ਟਾਈਮ ਮੌਜੂਦ ਰਹਾਂਗਾ। ਤੇ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਮਾਂ ਦੇਣ ਦਾ ਧੰਨਵਾਦ ਤੇ ਇਸ ਨਵੇਂ ਮਹੀਨੇ ਦੀ ਦਸੰਬਰ ਦੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ। ਕੋਈ ਵੀ ਜਾਣਕਾਰੀ ਮੇਰੇ ਕੋਲੋਂ 2892985180 ਤੇ ਲਿੱਤੀ ਜਾ ਸਕਦੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। 905-813-1320। ਜੌਲ ਸਾਹਿਬ ਲਾਸਟ ਕੁਐਸਚਨ ਫਿਰ ਆਪਾਂ ਵਾਈਂਡ ਅਪ ਕਰਦੇ ਜੀ। ਨਵੇਂ PR ਕਾਰਡ ਨੂੰ ਲੱਗਣਗੇ 2 ਤੋਂ 3 ਮਹੀਨੇ। ਯੈਸ ਅਰਸ਼, ਬਿਲਕੁਲ। ਦੇਖੋ ਇਹ ਜਿਹੜੇ ਬਹੁਤ ਸਾਰੇ ਲੋਕਾਂ ਨੇ ਨਾ ਕਾਰਡ ਪਿੱਛੇ ਅਪਲਾਈ ਕੀਤੇ ਸੀ, ਪਰ ਉਹਨਾਂ ਨੇ ਟਰੈਵਲ ਕਰਨਾ ਸੀ। ਹੁਣ ਕੈਨੇਡਾ ਚੋਂ ਕਿਸੇ ਨੇ ਬਾਹਰ ਜਾਣਾ ਤੇ ਕਦੇ ਨਹੀਂ ਕਿਸੇ ਨੂੰ ਰੋਕਿਆ ਜਾਂਦਾ ਵੀ ਤੁਸੀਂ ਬਾਹਰ ਨਾ ਜਾਓ। ਰਾਈਟ। ਉਹਨਾਂ ਨੂੰ ਵੀ ਖਾਸ ਤੌਰ ਤੇ ਵੀ ਜਿਨ੍ਹਾਂ ਨੂੰ ਕੈਨੇਡਾ ਪਹਿਲਾਂ ਬੜੀ ਤਾਂਘ ਹੁੰਦੀ ਸੀ ਆਉਣ ਦੀ, ਪਰ ਇੱਥੇ ਆ ਕੇ ਉਹਨਾਂ ਨੂੰ ਲੱਗਿਆ ਵੀ ਇਹ ਤੇ ਮੁਲਕ ਕੁਛ ਵੀ ਨਹੀਂ ਗਾ, ਵੀ ਜਾਣੀ ਉਹ ਹਨਾ ਬਰੈਂਪਟਨ 'ਚ ਵੀ ਨੁਕਸ, ਓਨਟਾਰੀਓ 'ਚ ਵੀ ਨੁਕਸ, ਕੈਨੇਡਾ ਵਿੱਚ ਵੀ ਨੁਕਸ। ਤੇ ਮਤਲਬ ਜੇ ਉਹਨਾਂ ਨੇ ਵਾਪਸ ਜਾਣਾ ਹੋਵੇ ਤੇ ਸਿਆਣੇ ਭੈਣ ਭਰਾ ਕਈ ਵਾਰੀ ਕਹਿੰਦੇ ਹੁੰਦੇ ਵੀ ਕੋਈ ਏਅਰਪੋਰਟ ਨਹੀਂ ਕਹਿੰਦਾ ਵੀ ਸਾਡੇ ਇੱਥੇ ਆ ਕੇ ਹੁਣ ਤੁਸੀਂ ਦੁਬਾਰਾ ਵਾਪਸ ਜਹਾਜ਼ ਦੇ ਵਿੱਚ ਨਾ ਚੜੋ। ਇਸੇ ਕਰਕੇ ਜਾਣੀ ਕੈਨੇਡੀਅਨ ਗਵਰਨਮੈਂਟ ਨੇ ਕੋਈ ਇਹੋ ਜਿਹਾ ਮੈਕੈਨਿਜ਼ਮ ਨਹੀਂ ਰੱਖਿਆ ਹੋਇਆ ਵੀ ਜਿਹੜੇ ਵਿਅਕਤੀ ਨੇ ਕੈਨੇਡਾ ਛੱਡ ਕੇ ਜਾਣਾ ਉਹਨੂੰ ਪੁੱਛਿਆ ਵੀ ਜਾਵੇ ਵੀ ਤੂੰ ਭਾਈ ਕਿਉਂ ਚੱਲਿਆ, ਹਨਾ। ਸੋ ਤਦ ਕਰਕੇ ਇਹ ਆ ਵੀ ਜਿਹਨੇ ਜਾਣਾ ਉਹ ਜਾ ਸਕਦੇ ਨੇ, ਪਰ ਹਾਂ ਜੇ ਵਾਪਸ ਆਉਣਾ ਤੇ PR ਕਾਰਡ ਦੇ ਕੋਲ ਨਹੀਂ ਹੈਗਾ ਤੇ ਫਿਰ ਟਰੈਵਲ ਡਾਕੂਮੈਂਟ ਅਪਲਾਈ ਕਰਨਾ ਜਿਹੜਾ ਜੀ ਵੀ ਉਹ ਲਾਜ਼ਮੀ ਆ। ਟਰੈਵਲ ਡਾਕੂਮੈਂਟ ਜਿਹੜਾ ਜੀ ਵੀ ਅੱਜ ਕੱਲ੍ਹ ਸਮਾਂ ਕਈ ਵਾਰੀ ਕਾਫੀ ਲੰਬਾ ਲੱਗਦਾ, ਖਰਚੇ ਹੋ ਜਾਂਦੇ ਆ, ਇੱਧਰ ਉੱਧਰ ਇੰਤਜ਼ਾਰ ਕਰਨਾ ਪੈਂਦਾ, ਕਈ ਤਰ੍ਹਾਂ ਦੀਆਂ ਉਹਦੇ ਵਿੱਚ ਮੁਸ਼ਕਲਾਂ ਨੇ। ਤਦ ਕਰਕੇ ਸਲਾਹ ਜਾਣੀ ਕਿ ਇਹੀ ਹੁੰਦੀ ਆ ਆਮ ਤੌਰ ਤੇ ਜਿਹੜੇ ਭੈਣ ਭਰਾਵਾਂ ਨੇ ਜਾਣਾ ਉਹ ਆਪਣੇ ਕਾਗਜ਼ ਪੂਰੇ ਇੱਥੋਂ ਲੈ ਕੇ ਤੁਰਨ ਤਾਂ ਕਿ ਉਹਨਾਂ ਨੂੰ ਵਾਪਸੀ ਵੇਲੇ ਕੋਈ ਪਰੇਸ਼ਾਨੀ ਆਵੇ ਨਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਵੀ ਵਾਪਸ ਜਾਣ ਦੀਆਂ ਗੱਲਾਂ ਤੇ ਭਾਵੇਂ ਬਹੁਤ ਸਾਰੇ ਲੋਕ ਕਰਦੇ ਹੋਣ ਵੀ ਇੱਥੇ ਸਾਨੂੰ ਚੰਗਾ ਨਹੀਂ ਲੱਗਦਾ, ਪਰ ਜਾਂਦਾ ਕੋਈ ਨਹੀਂ, ਕਿਉਂਕਿ ਵਾਪਸ ਉਹੀ ਜਾਣ ਦਾ ਹੀਆ ਕਰ ਪਾਉਂਦੇ ਨੇ ਲੋਕ, ਕਰ ਪਾਉਂਦੀਆਂ ਨੇ ਜਿਨ੍ਹਾਂ ਨੂੰ ਇਹ ਪਤਾ ਮੈਂ ਕਦੇ ਨਾ ਕਦੇ ਮੁੜ ਵੀ ਸਕਦਾ, ਤੇ ਜਿਨ੍ਹਾਂ ਨੂੰ ਕਦੇ ਪੱਕੇ ਜਾਣ ਦੀ ਗੱਲ ਵਾਪਸ ਹੋਵੇ ਉਹਨਾਂ ਨੂੰ ਤੇ ਕੋਈ ਰੋਣ ਧੋਣ ਬਾਅਦ ਦੇ ਵਿੱਚ ਪਿੱਟ ਸਿਆਪਾ ਉੱਥੇ ਪੈ ਜਾਂਦਾ, ਮਤਲਬ ਜੀਣ ਮਰਨ ਦਾ ਸਵਾਲ ਹੋ ਜਾਂਦਾ ਵੀ ਕੈਨੇਡਾ ਤੋਂ ਸਦਾ ਵਾਸਤੇ ਜਾਣਾ ਪੈ ਜੂ, ਏਦਾਂ ਕਿੱਦਾਂ ਹੋ ਸਕਦਾ ਜੀ। ਸੋ ਲੇਕਿਨ ਕੁੱਲ ਮਿਲਾ ਕੇ ਇਹ ਹੈ ਜੀ ਵੀ ਕੈਨੇਡਾ ਦਾ ਜਿਹੜਾ PR ਕਾਰਡ ਆ
ਉਹ ਜਿਨ੍ਹਾਂ ਕੋਲ ਨਹੀਂ ਹੈਗਾ ਉਹਨਾਂ ਚਿਰ ਕੋਸ਼ਿਸ਼ ਕੀਤੀ ਜਾਵੇ ਵੀ ਜੇ ਕੋਈ ਬਹੁਤ ਅਰਜੈਂਸੀ ਨਹੀਂ ਤੇ ਕੰਟਰੀ ਛੱਡ ਕੇ ਨਾ ਜਾਇਆ ਜਾਵੇ ਜਿੰਨਾ ਚਿਰ ਕਾਰਡ ਮਿਲਣਾ ਜਾਵੇ ਜੀ। ਸੋ ਤੁਸੀਂ ਸਾਰੇ ਸੁਣ ਚੁੱਕੇ ਹੋ ਜੀ। ਸੋ ਆਪਣੇ ਟਰੈਵਲ ਡਾਕੂਮੈਂਟਸ 'ਚ ਜਾਣਾ ਹੋਵੇ ਤਾਂ ਟਰੈਵਲ ਡਾਕੂਮੈਂਟਸ ਜ਼ਰੂਰ ਅਪਲਾਈ ਕਰ ਲੈਣਾ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੇ ਜੌਲ ਸਾਹਿਬ ਦਾ ਨੰਬਰ ਮੈਂ ਫਟਾਫਟ ਦੇ ਦਾਂ 4168953784 4168953784। ਇਸ ਨੰਬਰ ਨੂੰ ਸੇਵ ਕਰ ਲਓ ਜੀ ਆਪਣੇ WhatsApp ਗਰੁੱਪ ਦੇ ਵਿੱਚ। ਹੈਲੋ ਹਾਈ ਭੇਜ ਦਿਓ ਜੌਲ ਸਾਹਿਬ ਨੂੰ ਤੇ ਤੁਹਾਨੂੰ ਐਡ ਕਰ ਦੇਣਗੇ ਤੁਹਾਡੇ ਹੀ ਫੋਨ ਦੇ ਪੌਮਸ ਦੇ ਹੈਂਡ ਦੇ ਨਵੀਆਂ ਤਾਜ਼ੀਆਂ ਅਪ ਟੂ ਡੇਟ ਖਬਰਾਂ ਤੁਸੀਂ ਪੜ੍ਹ ਸਕੋਗੇ। ਸੋ ਗਿਵ ਜੌਲ ਸਾਹਿਬ ਅ ਕਾਲ 4168953784। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਅਰਸ਼। ਬਸ ਇੰਨਾ ਹੀ ਜਾਣ ਤੋਂ ਪਹਿਲਾਂ ਦੱਸ ਦਈਏ ਕਿ ਜਿਹੜੀ ਭਾਲ ਆ ਨਾ ਉਹ ਪਛਣਾ ਜ਼ਰੂਰੀ ਆ। ਜਦੋਂ ਟੈਲੀਫੋਨ ਤੇ ਹੱਥ ਵਿੱਚ ਹੋਵੇ, ਘਰਾਂ ਦੇ ਵਿੱਚ ਕੰਪਿਊਟਰ ਹੋਣ, ਹਰ ਤਰ੍ਹਾਂ ਦੀ ਲਗਜ਼ਰੀ ਹੋਵੇ। ਇਹ ਕਿਸੇ ਭਾਈ ਸਾਹਿਬ ਨੇ ਕੱਲ ਕੋਈ ਪੋਸਟ ਪਾਈ ਸੀ ਸੋਸ਼ਲ ਮੀਡੀਆ ਤੇ ਉਹਦੇ ਵਿੱਚ ਧਮਕੀਆਂ ਦੇ ਦਿੱਤੀਆਂ ਬਰੈਂਪਟਨ ਦੇ ਕਿਸੇ ਸਕੂਲ ਨੂੰ, ਲਿਖ ਦਿੱਤੀਆਂ ਬਰੈਮਲੀ ਏਰੀਆ 'ਚ ਸਕੂਲ ਆ ਉਹ, ਹਨਾ। ਅੱਛਾ, ਧਮਕੀਆਂ ਲਿਖਤੀਆਂ, ਹਨਾ। ਹਿੰਸਕ ਵਾਇਲੈਂਟ ਹੋ ਗਿਆ, ਕਈ ਵਾਰੀ ਬੇਕਾਬੂ ਹੋ ਜਾਂਦੇ ਨਾ ਜਦੋਂ ਭਲ ਨਹੀਂ ਪਚਦੀ। ਹੁਣ ਕੈਨੇਡਾ ਮੁਲਕ ਹੋਵੇ, ਸਾਰੀ ਤਰ੍ਹਾਂ ਦੀ ਟੈਕਨੀਕ, ਘਰ ਮੌਜਾਂ ਹੋਣ, ਤਕਲੀਫ ਅੱਗੇ ਬੈਠਿਆਂ ਭਲ ਨਾ ਬਚੇ, ਹਨਾ। ਤੇ ਉਹਨੇ ਜਦੋਂ ਲਿਖਿਆ ਤੇ ਉਹ ਹੁਣ ਸਕਿੰਟ ਲਾਉਂਦੀ ਆ ਪੁਲਿਸ। ਉਹਨਾਂ ਨੇ ਜਾਨੀ ਕਿ ਆਇਡੈਂਟੀਫਾਈ ਕਰ ਲਿਆ ਵੀ ਭਾਈ ਸਾਹਿਬ ਗੁਲਫ ਦੇ ਵਿੱਚ ਆ, ਇੱਥੇ ਲਾਗੇ ਜਿਹੜਾ ਸਿਟੀ ਆ ਗਾਂ ਜਾਰਜ ਟਾਊਨ ਤੋਂ ਉਸਨੇ ਜਾ ਕੇ, ਇਸ ਕਰਕੇ ਉਹਨੂੰ ਅਰੈਸਟ ਕੀਤਾ ਗਿਆ। ਸੋ ਇਸ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਜੇ ਕਿਸੇ ਨੇ ਕੋਈ ਕਰਨਾ ਮਟੀਰੀਅਲ ਤੇ ਬਹੁਤ ਜਾਨੀ ਭਲ ਬਚਣੀ ਚਾਹੀਦੀ ਆ ਤੇ ਕੇਅਰਫੁਲੀ। ਜੀ ਬਿਲਕੁਲ ਸਹੀ ਕਿਹਾ ਜੌਲ ਸਾਹਿਬ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।